ਆਪਾਂ ਅੱਜ ਸਾਇੰਸ ਦਾ ਟੌਪਿਕ ਜਿਹੜਾ ਆਪਣਾ ਕੈਮਿਸਟਰੀ ਸਬਜੈਕਟ ਆ ਤੁਹਾਡੀ ਸਾਇੰਸ ਦਾ ਇਹ ਸ਼ੁਰੂ ਕਰਨ ਜਾ ਰਹੇ ਹਾਂ। ਕੈਮਿਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਬੇਟਾ ਅਸੀਂ ਜਾਣਾਂਗੇ ਕਿ ਕੈਮਿਸਟਰੀ ਹੁੰਦੀ ਕੀ ਆ, ਕਿਉਂਕਿ ਤੁਹਾਡੇ ETT ਜਿਹੜਾ ਪੇਪਰ ਸੈਕਿੰਡ ਹੋਣਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਾਇੰਸ ਤੁਹਾਡੀ 20 ਮਾਰਕਸ ਦੀ ਆਉਂਦੀ ਹੈ, ਜਿਸ ਦੇ ਵਿੱਚ ਕੈਮਿਸਟਰੀ ਬਹੁਤ ਇੰਪੋਰਟੈਂਟ ਰੋਲ ਜਿਹੜਾ ਨਿਭਾਉਂਦੀ ਆ। ਐਂਡ ਕੈਮਿਸਟਰੀ ਸਿਰਫ ਇੱਕ ਔਖਾ ਸਬਜੈਕਟ ਜਿਹੜਾ ਕਿ ਬਹੁਤ ਸਟੂਡੈਂਟਸ ਨੂੰ ਲੱਗਦਾ, ਪਰ ਇੱਦਾਂ ਹੈ ਨਹੀਂ। ਇਹ ਬਹੁਤ ਹੀ ਈਜ਼ੀ ਸਬਜੈਕਟ ਹੈ। ਜੇਕਰ ਤੁਸੀਂ ਇਸ ਨੂੰ ਪੜ੍ਹੋਗੇ, ਸਮਝੋਗੇ, ਬਿਲਕੁਲ ਬੇਸਿਕ ਤੋਂ ਕਰੋਗੇ ਤਾਂ ਬਹੁਤ ਹੀ ਈਜ਼ੀ ਤੁਹਾਨੂੰ ਕੈਮਿਸਟਰੀ ਲੱਗਣ ਲੱਗ ਜਾਣੀ ਹੈ। ਹਾਂਜੀ, ਤਾਂ ਆਪਾਂ ਸ਼ੁਰੂ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ, ਟੌਪਿਕ ਜਿਹੜਾ ਸਾਡਾ ਅੱਜ ਦਾ ਰਹਿਣ ਵਾਲਾ ਉਹ ਰਹੇਗਾ ਇੰਟਰੋਡਕਸ਼ਨ ਟੂ ਕੈਮਿਸਟਰੀ ਐਂਡ ਮੈਟਰ। ਹਾਂਜੀ, ਅਸੀਂ ਮੈਟਰ ਐਂਡ ਰਸਾਇਣਿਕ ਵਿਗਿਆਨ ਜਿਹੜਾ ਸਾਡਾ ਹੈਗਾ, ਜਾਂ ਕਹੀਏ ਪਦਾਰਥ, ਉਹਦੇ ਨਾਲ ਜਾਣ ਪਹਿਚਾਣ ਕਰਨ ਜਾ ਰਹੇ ਹਾਂ। ਆਪਾਂ ਕੈਮਿਸਟਰੀ ਨਾਲ ਜਾਣ ਪਹਿਚਾਣ ਕਰਨ ਜਾ ਰਹੇ ਹਾਂ। ਤਾਂ ਕੈਮਿਸਟਰੀ ਦੇਖੋ, ਜਿੱਦਾਂ ਕਿ ਇਹ ਕੁਐਸਚਨ ਨਾ ਮਨ 'ਚ ਸੋਚਿਓ ਕਿ ਕੈਮਿਸਟਰੀ ਕੀ ਹੈ, ਇੱਦਾਂ ਆਪਾਂ ਇੰਟਰੋਡਕਸ਼ਨ ਤੋਂ ਕੀ ਲੈਣਾ, ਸਾਨੂੰ ਕੀ ਜ਼ਰੂਰਤ ਪਈ ਆ। ਕਿਉਂਕਿ ਰਾਜੇ ਦੇਖੋ, ਜਿਹੜਾ ਤੁਹਾਡਾ ਪੇਪਰ ਹੈ ਇਹਦੇ ਵਿੱਚ ਕੀ ਹੈ, ਤੁਸੀਂ ਕੈਮਿਸਟਰੀ ਇੱਕ ਅਜਿਹਾ ਸਬਜੈਕਟ ਹੈ ਕਹੀਏ ਕਿ ਇਸ ਨੂੰ ਰਿਲੇਟ ਕਰਕੇ ਪੜ੍ਹਨਾ ਪੈਂਦਾ। ਬਿਲਕੁਲ ਬੇਸਿਕ ਤੋਂ ਕਰ ਰਹੇ ਹਾਂ, ਰਿਲੇਟ ਕਰਕੇ ਪੜ੍ਹਦੇ ਜਾਵਾਂਗੇ ਤਾਂ ਈਜ਼ੀ ਲੱਗਣ ਲੱਗ ਜਾਏਗੀ। ਅਗਰ ਇੱਦਾਂ ਕਰਾਂਗੇ ਕਿ ਇਹ ਚੀਜ਼ ਕਰ ਲਈ, ਉਹ ਚੀਜ਼ ਕਰ ਲਈ, ਫਿਰ ਰਾਜੇ ਤੁਹਾਨੂੰ ਜਿਹੜਾ ਕੀ ਹੈ ਨਾ, ਇਹ ਲਿੰਕ ਨਹੀਂ ਬਣਨਾ। ਤੁਹਾਡਾ ਲਿੰਕ ਬਣਾਉਣ ਦੇ ਲਈ, ਬੇਸ ਬਣਾਉਣ ਦੇ ਲਈ, ਰਿਲੇਟ ਕਰਕੇ ਪੜ੍ਹਨ ਦੇ ਨਾਲ ਜਿਹੜੀ ਤੁਹਾਡਾ ਪੇਪਰ ਹੈ ਤੁਹਾਨੂੰ ਈਜ਼ੀ ਵੀ ਲੱਗਣ ਲੱਗ ਜਾਣਾ। ਹਾਂਜੀ, ਸ਼ੁਰੂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਕੀ ਹੈ ਕਿ ਵਾਟ ਇਜ਼ ਕੈਮਿਸਟਰੀ? ਰਸਾਇਣਿਕ ਵਿਗਿਆਨ ਹੈ ਕੀ? ਰਸਾਇਣਿਕ ਵਿਗਿਆਨ ਕੀ ਹੈ? ਕਹਿੰਦੇ ਰਸਾਇਣਿਕ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਪਦਾਰਥ ਜਿਹਨੂੰ ਆਪਾਂ ਮੈਟਰ ਕਹਿੰਦੇ ਆ, ਦੀਆਂ ਵਿਸ਼ੇਸ਼ਤਾਵਾਂ, ਮਤਲਬ ਉਹਦੀਆਂ ਪ੍ਰੋਪਰਟੀਜ਼ ਦੱਸਦੀ ਹੈ, ਉਸਦੀ ਰਚਨਾ ਕਿਵੇਂ ਹੋਈ ਹੈ, ਐਂਡ ਉਸਦਾ ਸਟਰਕਚਰ ਕੀ ਹੈ। ਸਟਰਕਚਰ ਮੀਨਸ ਕਿੰਨੇ % ਕਿਹੜੀ ਚੀਜ਼ ਉਸ ਪਦਾਰਥ ਦੇ ਵਿੱਚ ਲਈ ਗਈ, ਐਂਡ ਉਹ ਜਿਹੜਾ ਪਦਾਰਥ ਆ ਉਹ ਕਿਹੜੀ ਚੀਜ਼ ਨਾਲ ਰਿਐਕਸ਼ਨ ਕਰਦਾ। ਅਗਰ ਆਪਾਂ ਉਸ ਪਦਾਰਥ ਨੂੰ ਕਿਸੇ ਹੋਰ ਚੀਜ਼ ਦੇ ਸੰਪਰਕ ਵਿੱਚ ਲੈ ਕੇ ਆਉਂਦੇ ਆ ਤਾਂ ਉਹ ਕੀ ਰਿਐਕਸ਼ਨ ਕਰਦਾ, ਕਿਸੇ ਹੋਰ ਪਦਾਰਥ ਨਾਲ ਉਹਦਾ ਕੀ ਰਿਐਕਸ਼ਨ ਹੈ। ਤਾਂ ਰਸਾਇਣਿਕ ਵਿਗਿਆਨ ਦੇ ਵਿੱਚ ਅਸੀਂ ਕੀ ਸਿੱਖਦੇ ਹਾਂ ਕਿ ਅਸੀਂ ਸਟੱਡੀ ਕਰਦੇ ਹਾਂ ਸਿਰਫ ਮੈਟਰ ਦੀ। ਮਤਲਬ ਕਿ ਕੀ ਹੈ, ਰਸਾਇਣਿਕ ਵਿਗਿਆਨ ਦੇ ਵਿੱਚ ਅਸੀਂ ਕਿਸ ਦੀ ਸਟੱਡੀ ਕਰਨੀ ਹੈ? ਮੈਟਰ ਦੀ ਸਟੱਡੀ ਕਰਨੀ ਹੈ, ਪਦਾਰਥ ਦੀ ਸਟੱਡੀ ਕਰਦੇ ਹਾਂ। ਪਦਾਰਥ, ਉਸਦੀਆਂ ਮਤਲਬ ਕੀ ਪ੍ਰੋਪਰਟੀਜ਼ ਨੇ, ਪਦਾਰਥ ਕਿਵੇਂ ਆ, ਉਸਦੇ ਵਿੱਚ ਕੀ ਕੁਆਲਿਟੀਜ਼ ਨੇ, ਪਦਾਰਥ ਕਿਵੇਂ ਬਣਿਆ, ਉਸਦੀ ਸਾਰੀ ਕੁਛ ਜਿਹੜਾ ਆਪਾਂ ਨੂੰ ਰਸਾਇਣਿਕ ਵਿਗਿਆਨ ਦੱਸਦਾ। ਜਿਵੇਂ ਜਿਹੜਾ ਕਿ ਕੈਮਿਸਟਰੀ ਹੈ, ਇਹ ਸਾਡੀ ਡੇਲੀ ਲਾਈਫ ਦਾ ਇੱਕ ਪਾਰਟ ਹੈ। ਸਾਡੇ ਸਾਹ ਲੈਣ ਤੋਂ ਲੈ ਕੇ ਸਾਡੇ ਖਾਣੇ ਦਾ ਪਚਣ, ਖਾਣੇ ਦਾ ਪੱਕਣਾ, ਸਭ ਕਿਤੇ ਰਸਾਇਣਿਕ ਕੰਮ, ਮਤਲਬ ਕਿ ਰਸਾਇਣਿਕ ਵਿਗਿਆਨ ਜਿਹੜਾ ਇਹ ਕੰਮ ਕਰਦਾ। ਜਿੱਦਾਂ ਤੁਸੀਂ ਦੇਖਿਆ ਹੋਊਗਾ, ਫਲਾਂ ਦਾ ਪੱਕਣਾ ਵੀ ਇੱਕ ਰਸਾਇਣਿਕ ਪ੍ਰਕਿਰਿਆ ਹੈ। ਇਹ ਕੁਐਸਚਨ ਤੁਹਾਨੂੰ ਯਾਦ ਹੋਏਗਾ ਕਿ ਇਹਨਾਂ ਵਿੱਚੋਂ ਕਿਹੜੀ ਰਸਾਇਣਿਕ ਪ੍ਰਕਿਰਿਆ ਹੈ। ਇਹ ਤੁਹਾਡੇ 23-64 ਦੇ ਪੇਪਰ ਦੇ ਵਿੱਚ ਕੈਮਿਸਟਰੀ ਦਾ ਕੁਐਸਚਨ ਆਇਆ ਹੋਇਆ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਰਸਾਇਣਿਕ ਪ੍ਰਕਿਰਿਆ ਹੈ। ਤਾਂ ਇਹਦੇ ਵਿੱਚੋਂ ਦੇਖੋ, ਹੁਣ ਜਿਹੜਾ ਵੀ ਕੁਛ ਇਹ ਕਿਹਾ ਜਾਵੇ, ਪੌਦਿਆਂ ਦੇ ਫੋਟੋਸਿੰਥੈਸਿਸ ਤੋਂ ਲੈ ਕੇ ਸਟਾਰਸ ਜਾਂ ਐਕਸਪਲੋਸ਼ਨ ਦੇ ਤੱਕ ਆਪਣੇ ਜਿਹੜਾ ਕੀ ਹੈ ਰਸਾਇਣਿਕ ਵਿਗਿਆਨ ਕੰਮ ਕਰਦਾ। ਠੀਕ ਹੈ ਜੀ। ਉਸ ਤੋਂ ਅੱਗੇ ਕੁਐਸਚਨ ਆ ਜਾਂਦਾ ਕਿ ਬ੍ਰਾਂਚਸ ਆਫ ਕੈਮਿਸਟਰੀ ਕੀ ਨੇ? ਬ੍ਰਾਂਚਸ ਆਫ ਕੈਮਿਸਟਰੀ ਕੀ ਨੇ ਰਾਜੇ? ਹਾਂਜੀ, ਬ੍ਰਾਂਚਸ ਆਫ ਕੈਮਿਸਟਰੀ ਜੇ ਕਿਹਾ ਜਾਵੇ ਰਸਾਇਣਿਕ ਵਿਗਿਆਨ ਦੀਆਂ ਸ਼ਾਖਾਵਾਂ। ਰਸਾਇਣਿਕ ਵਿਗਿਆਨ ਦੀਆਂ ਸ਼ਾਖਾਵਾਂ ਕੀ ਨੇ? ਹਾਂਜੀ, ਦੇਖੋ, ਸਭ ਤੋਂ ਪਹਿਲੀ ਹੈਗੀ ਆ ਆਰਗੈਨਿਕ ਕੈਮਿਸਟਰੀ। ਆਰਗੈਨਿਕ ਕੈਮਿਸਟਰੀ ਕਿਹੜੀ ਕੈਮਿਸਟਰੀ ਹੈ? ਆਰਗੈਨਿਕ ਰਸਾਇਣਿਕ ਵਿਗਿਆਨ, ਜਿਸ ਨੂੰ ਜੈਵਿਕ ਰਸਾਇਣਿਕ ਵਿਗਿਆਨ ਵੀ ਕਿਹਾ ਜਾਂਦਾ ਹੈ। ਰਸਾਇਣਿਕ ਵਿਗਿਆਨ ਜਿਹੜਾ ਜੈਵਿਕ ਵਿਗਿਆਨ ਹੈ, ਆਰਗੈਨਿਕ ਕੈਮਿਸਟਰੀ ਜਾਂ ਜਿਹਨੂੰ ਆਪਾਂ ਜੈਵਿਕ ਰਸਾਇਣਿਕ ਵਿਗਿਆਨ ਕਹਿੰਦੇ ਹਾਂ, ਇਸ ਦੇ ਵਿੱਚ ਓਨਲੀ ਕਾਰਬਨ ਦੇ ਕੰਪਾਊਂਡ ਹੁੰਦੇ ਨੇ। ਜਿਨ੍ਹਾਂ ਵਿੱਚ ਕਾਰਬਨ ਹੁੰਦਾ ਨਾ, ਉਹਨਾਂ ਨੂੰ ਕਹਿੰਦੇ ਨੇ ਆਰਗੈਨਿਕ ਕੈਮਿਸਟਰੀ। ਜਿਵੇਂ ਤੁਹਾਨੂੰ ਪਤਾ ਹੀ ਆ, ਕੋਲਾ ਵੀ ਕਾਰਬਨ ਦਾ ਕੰਪਾਊਂਡ ਹੈ। ਠੀਕ ਹੈ ਜੀ। ਜਿੰਨਾ ਤੁਸੀਂ ਇਹ ਕਹਿ ਲਓ, ਤੁਸੀਂ ਵੈਸੇ ਤਾਂ ਠੀਕ ਹੈ ਜੀ। ਉਸ ਤੋਂ ਅੱਗੇ ਆ ਜਾਂਦੀ ਹੈ ਇਨਆਰਗੈਨਿਕ ਕੈਮਿਸਟਰੀ। ਇਨਆਰਗੈਨਿਕ ਕੈਮਿਸਟਰੀ ਦੇ ਵਿੱਚ ਕੀ ਹੁੰਦਾ? ਅਜੈਵਿਕ ਰਸਾਇਣਿਕ ਵਿਗਿਆਨ। ਇਸ ਦੇ ਵਿੱਚ ਕੀ ਹੁੰਦਾ ਹੈ? ਇਸ ਦੇ ਵਿੱਚ ਹੁੰਦਾ ਜਿਸ ਮੈਟਲ ਐਂਡ ਨੋਨ ਮੈਟਲ, ਉਹ ਮੈਟਲ ਐਂਡ ਨੋਨ ਮੈਟਲ ਹੁੰਦੇ ਨੇ ਜਿਨ੍ਹਾਂ ਦਾ ਜਾਂ ਕੋਈ ਵੀ ਰਿਲੇਸ਼ਨ
ਕਾਰਬਨ ਦੇ ਨਾਲ ਨਹੀਂ ਹੁੰਦਾ। ਸਮਝ ਲੱਗ ਗਈ ਰਾਜੇ। ਉਸ ਤੋਂ ਅੱਗੇ ਆ ਜਾਂਦੀ ਆ ਫਿਜ਼ੀਕਲ ਕੈਮਿਸਟਰੀ। ਫਿਜ਼ੀਕਲ ਕੈਮਿਸਟਰੀ ਕਿਹੜੀ ਕੈਮਿਸਟਰੀ ਹੁੰਦੀ ਹੈ? ਫਿਜ਼ੀਕਲ ਕੈਮਿਸਟਰੀ ਦੇ ਵਿੱਚ ਆਪਾਂ ਗੱਲ ਕਰਦੇ ਆ ਮੈਟਰ ਦੀ, ਪਦਾਰਥ ਦੀ। ਠੀਕ ਹੈ ਜੀ। ਇਹ 3 ਬ੍ਰਾਂਚਸ ਨੇ ਜਿਹੜੀਆਂ ਤੁਸੀਂ ਤੁਹਾਡੇ ਲਈ ਜ਼ਰੂਰੀ ਨੇ, ਸਮਝਣੀਆਂ ਜ਼ਰੂਰੀ ਨੇ, ਜਿਨ੍ਹਾਂ ਬਾਰੇ ਆਪਾਂ ਅੱਗੇ ਪੜਾਂਗੇ ਵੀ। ਐਂਡ ਇਸ ਤੋਂ ਇਲਾਵਾ ਵੀ ਕੈਮਿਸਟਰੀ ਦੀਆਂ ਹੋਰ ਬਹੁਤ ਸਾਰੀਆਂ ਬ੍ਰਾਂਚਸ ਨੇ, ਪਰ ਆਪਾਂ ਉਹਨਾਂ ਬਾਰੇ ਇੰਨਾ ਡੀਪਲੀ ਪੜ੍ਹਨ ਦੀ ਤੁਹਾਡੇ ਸਿਲੇਬਸ ਦੇ ਵਿੱਚ ਹੈ ਨਹੀਂ ਜ਼ਰੂਰਤ। ਉਸ ਤੋਂ ਅੱਗੇ ਆ ਜਾਂਦਾ ਜੀ ਕੁਐਸਚਨ, ਫਾਦਰ ਆਫ ਮਾਡਰਨ ਕੈਮਿਸਟਰੀ, ਆਧੁਨਿਕ ਰਸਾਇਣਿਕ ਵਿਗਿਆਨ ਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ? ਮਤਲਬ ਮਾਡਰਨ ਕੈਮਿਸਟਰੀ ਦੇ ਜਿਹੜੇ ਪਿਤਾ ਨੇ ਉਹਨਾਂ ਨੂੰ ਕਿਹਾ ਜਾਂਦਾ ਐਂਟੋਨੀ ਲੈਵੋਜ਼ੀਅਰ ਨੂੰ। ਐਂਟੋਨੀ ਲੈਵੋਜ਼ੀਅਰ ਨੂੰ ਇਹਨਾਂ ਦੇ ਮਤਲਬ ਕਿ ਫਾਦਰ ਕਿਹਾ ਜਾਂਦਾ ਹੈ ਮਾਡਰਨ ਕੈਮਿਸਟਰੀ ਦੇ। ਕਿਉਂਕਿ ਇਹਨਾਂ ਨੂੰ ਫਾਦਰ ਮਾਡਰਨ ਕੈਮਿਸਟਰੀ ਦੇ ਕਿਉਂ ਕਿਹਾ ਜਾਂਦਾ? ਐਂਟੋਨੀ ਲੈਵੋਜ਼ੀਅਰ ਨੂੰ ਕਿਉਂ ਮਾਡਰਨ ਕੈਮਿਸਟਰੀ ਦੇ ਫਾਦਰ ਕਿਹਾ ਜਾਂਦਾ? ਕਿਉਂਕਿ ਇਹਨਾਂ ਨੇ ਏਅਰ ਦੇ ਪਾਰਟੀਕਲਸ ਦੇ ਜਿਹੜਾ ਸੀ ਨਾ ਡਿਸਕਵਰ ਕੀਤੇ ਸੀ। ਏਅਰ ਦੇ ਜਿਹੜੇ ਪਾਰਟੀਕਲ ਸਭ ਤੋਂ ਪਹਿਲਾਂ ਇਹਨਾਂ ਨੇ ਦੱਸਿਆ ਸੀ ਕਿ ਆਕਸੀਜਨ, ਨਾਈਟ੍ਰੋਜਨ ਏਅਰ ਦੇ ਵਿੱਚ ਇਹ ਪਾਰਟੀਕਲਸ ਨੇ। ਸਭ ਤੋਂ ਇਸ ਦੇ ਕਰਕੇ ਇਹਨਾਂ ਨੂੰ ਬਹੁਤ ਪ੍ਰਸਿੱਧੀ ਮਿਲੀ। ਸਿਰਫ ਇਹ ਚੀਜ਼ ਕਰਕੇ ਨਹੀਂ ਕਹਿ ਸਕਦੇ, ਉਂਝ ਵੀ ਇਹਨਾਂ ਨੇ ਸਾਇੰਸ ਲਈ ਬਹੁਤ ਕੁਝ ਕੀਤਾ, ਜਿਸ ਦੇ ਕਰਕੇ ਇਹਨਾਂ ਨੂੰ ਮਤਲਬ ਕਿ ਇਹਨਾਂ ਦਾ ਨਾਮ ਆ ਜਿਹੜਾ ਉਹ ਅੱਗੇ ਆਉਂਦਾ ਜੀ। ਉਸ ਤੋਂ ਬਾਅਦ ਸਾਡਾ ਆ ਜਾਂਦਾ ਜੀ ਅਗਲਾ ਟੌਪਿਕ ਮੈਟਰ। ਹੁਣ ਆਪਣਾ ਮੇਨ ਟੌਪਿਕ, ਇਹ ਤੁਹਾਡੇ ਸਬਜੈਕਟ ਦਾ ਸਭ ਤੋਂ ਮੇਨ ਟੌਪਿਕ ਕਹਿ ਲਓ, ਈਜ਼ੀ ਟੌਪਿਕ ਕਹਿ ਲਓ, ਬਿਲਕੁਲ ਡੂੰਘਾਈ ਨਾਲ ਪੜ੍ਹਨ ਵਾਲਾ ਟੌਪਿਕ ਕਹਿ ਲਓ। ਮੈਟਰ ਜਿਹੜਾ ਤੁਹਾਨੂੰ ਈਜ਼ੀ ਵੀ ਬਹੁਤ ਲੱਗਣ ਵਾਲਾ ਐਂਡ ਬਹੁਤ ਇੰਪੋਰਟੈਂਟ ਟੌਪਿਕ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਇਹ ਟੌਪਿਕ ਆ ਨਾ ਆਪਣਾ ਮੈਟਰ ਕੀ ਹੁੰਦਾ? ਸਭ ਤੋਂ ਪਹਿਲਾਂ ਆਪਣੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਮੈਟਰ ਕੀ ਹੁੰਦਾ ਹੈ। ਮੈਟਰ ਹੁੰਦਾ ਕੀ ਹੈ? ਮੈਟਰ ਉਹ ਪਦਾਰਥ ਹੁੰਦਾ ਹੈ, ਮੈਟਰ ਜਾਂ ਕਹੀਏ ਵੀ ਉਹ ਪਦਾਰਥ ਹੁੰਦਾ ਹੈ ਜਿਸ ਦਾ ਪੁੰਜ ਹੁੰਦਾ ਹੈ ਜੋ ਥਾਂ ਘੇਰਦਾ ਹੈ ਅਤੇ ਜਿਸ ਦਾ ਕੀ ਹੁੰਦਾ ਹੈ? ਪੁੰਜ ਹੁੰਦਾ ਹੈ। ਜਿੱਦਾਂ ਤੁਸੀਂ ਸਪੋਜ਼ ਕਰੋ ਕਿਤੇ ਬੈਠੇ ਹੋ, ਤੁਸੀਂ ਕਿਸੇ ਜਗ੍ਹਾ 'ਤੇ ਬੈਠੇ ਹੋ, ਟੇਬਲ 'ਤੇ ਬੈਠੇ ਹੋ, ਤੁਸੀਂ ਆਪਣੀ ਨੋਟਬੁੱਕ ਹੋ ਰਿਹਾ ਤੁਹਾਡੇ ਹੱਥ ਵਿੱਚ ਕੁਝ ਲਿਖਣ ਲਈ, ਉਸਨੂੰ ਕਿਸੇ ਟੇਬਲ 'ਤੇ ਰੱਖਿਆ ਹੋ ਸਕਦਾ ਹੈ। ਤੁਸੀਂ ਬੈੱਡ 'ਤੇ ਬੈਠੇ ਹੋਵੋਗੇ, ਬੈੱਡ 'ਤੇ ਰੱਖਿਆ ਹੋ ਸਕਦਾ। ਤਾਂ ਜਿਹੜੀ ਤੁਹਾਡੀ ਉਹ ਨੋਟਬੁੱਕ ਹੈ, ਉਸਨੇ ਜਿਹੜੀ ਉਹ ਜਗ੍ਹਾ ਘੇਰੀ ਹੋਈ ਹੈ, ਠੀਕ ਹੈ, ਜਿਸਨੇ ਜਗ੍ਹਾ ਵੀ ਘੇਰੀ ਹੋਈ ਹੈ ਐਂਡ ਤੁਹਾਡੀ ਨੋਟਬੁੱਕ ਦਾ ਇੱਕ ਮਾਸ ਵੀ ਉਹਨੇ ਕਿੰਨੀ ਜਗ੍ਹਾ ਘੇਰੀ ਆ ਉਹ ਉਸਦਾ ਪੁੰਜ ਹੁੰਦਾ ਹੈ। ਐਂਡ ਜਗ੍ਹਾ ਘੇਰੀ ਹੈ ਉਸਨੂੰ ਆਪਾਂ ਕਹਿੰਦੇ ਆ ਸਥਾਨ ਘੇਰਨਾ। ਠੀਕ ਹੈ ਜੀ। ਤਾਂ ਇਸ ਦੇ ਮੈਟਰ ਕੀ ਚੀਜ਼ ਹੁੰਦੀ ਹੈ ਜਿਹੜੀ ਸਥਾਨ ਘੇਰਦੀ ਹੈ, ਜਿਸ ਦਾ ਪੁੰਜ ਹੁੰਦਾ? ਵੈਸੇ ਤਾਂ ਆਪਣੇ ਆਲੇ ਦੁਆਲੇ ਹਰ ਚੀਜ਼ ਮੈਟਰ ਹੈ, ਪਰ ਹਰ ਚੀਜ਼ ਮੈਟਰ ਕਹਿਣਾ ਜ਼ਰੂਰੀ ਨਹੀਂ ਹੋ ਸਕਦਾ, ਕਿਉਂਕਿ ਹਰ ਚੀਜ਼ ਮੈਟਰ ਨਹੀਂ ਹੈ। ਸਾਡੇ ਆਲੇ ਦੁਆਲੇ ਹਰ ਚੀਜ਼ ਮੈਟਰ ਨਹੀਂ ਹੈ, ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ। ਕਿਉਂਕਿ 90% ਅਗਰ ਆਪਣੇ ਆਲੇ ਦੁਆਲੇ ਮੈਟਰ ਹੈ ਤਾਂ 10% ਆਪਣੇ ਆਲੇ ਦੁਆਲੇ ਵਿੱਚ ਮੈਟਰ ਨਹੀਂ ਹੈ। ਉਹ ਵੀ ਆਪਾਂ ਅੱਗੇ ਜਾਣਾਂਗੇ ਕਿ ਇਹੋ ਜਿਹੇ ਕਿਹੜੇ ਤੱਤ ਨੇ ਜਿਨ੍ਹਾਂ ਨੂੰ ਆਪਾਂ ਮੈਟਰ ਨਹੀਂ ਕਹਿੰਦੇ, ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਮੈਟਰ ਨਹੀਂ ਕਹਿ ਸਕਦੇ। ਤਾਂ ਕਹਿੰਦੇ ਪਦਾਰਥ ਹੈ ਨਾ ਜਿਹੜਾ ਮੈਟਰ ਹੈ, ਬਿਲਕੁਲ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣਿਆ ਹੋਇਆ। ਜਿੱਦਾਂ ਕਿ ਆਪਾਂ ਦੇਖੀਏ ਜਿਹੜਾ ਮੈਟਰ ਹੈ ਇਹ ਆਪਾਂ ਸੋਲਿਡ ਵੀ ਹੋ ਸਕਦਾ ਹੈ, ਠੀਕ ਹੈ ਜੀ, ਇਹ ਲਿਕੁਇਡ ਵੀ ਹੋ ਸਕਦਾ ਐਂਡ ਮੈਟਰ ਗੈਸ ਵਿੱਚ ਵੀ ਹੋ ਸਕਦਾ। ਤਾਂ ਹੁਣ ਆਪਾਂ ਦੇਖਦੇ ਹੀ ਹਾਂ, ਅਗਰ ਆਪਾਂ ਸੋਲਿਡ ਦੇਖੀਏ ਤਾਂ ਛੋਟੇ ਕਣਾਂ, ਅਗਰ ਆਪਾਂ ਉਸਨੂੰ ਕਿੰਨੇ ਮਰਜ਼ੀ ਪੀਸਸ ਦੇ ਵਿੱਚ ਕੱਟ ਸਕਦੇ ਹਾਂ। ਜਿਹੜੇ ਲਿਕੁਇਡ ਆ, ਪਾਣੀ ਲਗਾ ਲਓ, ਉਹ ਵੀ ਛੋਟੇ ਉਸਦੇ ਵੀ ਪਾਰਟੀਕਲ ਹੁੰਦੇ ਨੇ, ਬੇਸ਼ੱਕ ਉਹ ਆਪਾਂ ਨੂੰ ਦਿਖ ਨਹੀਂ ਦਿਖਦੇ ਹੋਣਗੇ। ਗੈਸ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੈ, ਪਾਣੀ ਦੇ ਬੂੰਦਾਂ ਪਾਰਟੀਕਲਸ ਆਪਾਂ ਨੂੰ ਪਤਾ ਹੈ ਕਿ ਗੈਸ ਦੇ ਵਿੱਚ ਵੀ ਹੁੰਦੇ ਨੇ, ਭਾਵੇਂ ਉਹ ਆਪਾਂ ਨੂੰ ਦਿਖਦੇ ਨਹੀਂ, ਪਰ ਫਿਰ ਵੀ ਆਪਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹਨਾਂ ਵਿੱਚ ਪਾਰਟੀਕਲ ਹੈਗੇ ਨੇ। ਛੋਟੇ ਪਾਰਟ ਆਪਾਂ ਕਰ ਸਕਦੇ ਹਾਂ, ਉਹਨਾਂ ਦੇ ਛੋਟਿਆਂ ਤੋਂ ਬਣਿਆ ਹੁੰਦਾ। ਇਹਨਾਂ ਜਿਹੜੇ ਛੋਟੇ ਕਣਾਂ ਨੂੰ ਕੀ ਕਹਿੰਦੇ ਨੇ? ਐਟਮ ਕਹਿੰਦੇ ਨੇ। ਮੈਟਰ ਦੇ ਜਿਹੜੇ ਛੋਟੇ ਕਣ ਹੁੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਐਟਮ। ਇਹਨਾਂ ਛੋਟੇ ਕਣਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ? ਐਟਮ ਉਹ ਚੀਜ਼ ਹੈ ਜਿਸ ਐਟਮ ਸਿਰਫ ਇਹ ਨਹੀਂ ਕਹਿ ਸਕਦੇ ਇੱਕ ਛੋਟਾ ਜਿਹਾ ਕਣ ਜਿਸਨੂੰ ਆਪਾਂ ਐਟਮ ਕਹਿਤਾ ਤਾਂ ਐਟਮ ਹੀ ਚੀਜ਼ ਨਹੀਂ। ਐਟਮ ਵੀ ਅੱਗੇ ਬਹੁਤ ਸਾਰੇ ਮਤਲਬ ਐਟਮ ਦੇ ਵੀ ਪਾਰਟਸ ਹੋ ਜਾਂਦੇ ਨੇ।
जिसनों आपां नंगी अख नाल नहीं देख सकते वो एटम है, पर उस तो भी छोटे पार्टिकल एक डॉट कहिए ना, एक डॉट लगाइए उस दे विच भी बहुत सारे एटम होणगे। अगर तुसीं अपनी नोटबुक के उपर एक डॉट लगाउने हो तो उस दे विच भी बहुत सारे एटम्स इनकलूड हो जाते हैं। एंड अगर वो एटम्स उन्ने एक छोटे जे डॉट विच ने तो उस एक छोटे जे एटम दे विच भी उसके पार्ट राजे अगे हुंदे ने। एटम सिर्फ एटम दे भी पार्ट वो अगे अपना टॉपिक आएगा, मेन टॉपिक हुंदा हैगा तुहाडा भी वो अगे आपां करांगे। हाँ जी, तो हुण देखो एक एग्जाम्पल नाल समझते हैं। सपोज करो कि आपां पोटैशियम पर मैगनेट का एक छोटा जा एक थोड़ा जिहा मतलब कहिए कि एक बूंद दो थोड़ियां जिहा बूंदां आपां पानी विच पातियां। ਜਦੋਂ ਤੁਸੀਂ ਉਸ ਨੂੰ ਪਾਣੀ ਵਿੱਚ ਪਾਓਗੇ ਤਾਂ ਜਿਹੜਾ ਘੋਲ ਹੈ ਮਤਲਬ ਕਿ ਜਿਹੜਾ ਡਿਲਿਊਟ ਹੈਗਾ ਆਪਣਾ ਹੋ ਗਿਆ ਰੈਡੀ। ਇਹਦੇ ਵਿੱਚ ਇਹਦਾ ਕਲਰ ਕਿੰਨਾ ਡਾਰਕ ਹੈ, ਬਟ ਅਗਰ ਆਪਾਂ ਇਸ ਡਿਲਿਊਟ ਦੇ ਵਿੱਚੋਂ ਇਸ ਘੋਲ ਦੇ ਵਿੱਚੋਂ ਠੀਕ ਹੈ ਆਪਾਂ ਇਹਦੇ ਵਿੱਚ ਕੁਝ ਬੂੰਦਾਂ ਮਿਕਸ ਕਰ ਦਈਏ ਤਾਂ ਤੁਸੀਂ ਦੇਖਿਆ ਕਿ ਇਸ ਦਾ ਜਿਹੜਾ ਕਲਰ ਹੈ ਉਹ ਥੋੜਾ ਲਾਈਟ ਹੋ ਗਿਆ। ਪਰ ਆਪਾਂ ਨੂੰ ਪਤਾ ਲੱਗ ਰਿਹਾ ਕਿ एटम ने मतलब कि ਜਿਹੜੇ छोटे छोटे वो एटम ने वो पानी विच मिक्स हो गए ने, इधर भी वो आ गए ने, उन्होंने अपनी जगह बना ली है। अगर आप इस घोल विचों इस घोल दे विच कुछ बूंदा पावांगे तो तुहाडा जिहड़ा कलर है देखो इसका जिहड़ा कलर है वो होर भी लाइट हो गया, बिल्कुल पिंक शेड दे विच आउण लग गया। इट मीनस कि जिहड़े पार्टिकल्स ने भावें वो घट आए ने पर एटम इस दे विच किते ना किते शामिल हो गए ने पोटैशियम पर मैगनेट। उस तो अगे अगर आप ये वाला घोल ये विच पावांगे राजे तो तुहानूं की दिखदा है कि इस दे विच भी ओह मिक्स हो गए ने। ठीक है, भावें वो आपां नूं घट लग रहा है कि घट है शेड लग रहा, वैसे भी वो आपां नूं ट्रांसपेरेंट लग रहा है, उस दे विच लगदा नहीं, पर फिर भी ਜਿਹੜੇ एटम ने वो इस दे विच आ गए ने पोटैशियम पर मैगनेट दे। इट मीनस की है कि एटम वो है जिस छोटे छोटे तो असी एटम नू इस तरह डिफाइन कर सकते हैं। हाँ जी, उस तो अगे चलते हैं तो जिहड़ा मैटर हुण तुहानूं मैं दसना सी कि मैटर कित्थे नहीं है, किहड़ी जगह किहड़ियां चीज़ां ने जिहड़ियां मैटर नहीं हो सकदियां, जिद्दां कि राजे लाइट जिन्हों प्रकाश कहने आपां, साउंड धुनी जिहड़ी मेरी तुहाडे तक पहुँच रही है, वैक्यूम मतलब खला जिथे कोई खाली जगह खला जिथे एटमोसफेयर नहीं हुंदा, इन्हां नूं आपां मैटर डिफाइन नहीं करते, इन्हां नूं मैटर नहीं कहा जा सकता, जिथे ना प्रकाश है ना धुनी है एंड ना ही प्रकाश ना ही धुनी एंड ना ही अपना वैक्यूम मैटर हैं। ओके जी, अगे देखो एटम। हुण आपां पढ़ांगे एटम। हुण आपां की पढ़ रहे हैं एटम। एटम की है? एटम इज द स्मॉलेस्ट यूनिट ऑफ मैटर, परमाणु पदार्थ की सब तो छोटी इकाई है। परमाणु पदार्थ की सब तो छोटी इकाई मैं तुहानूं दस चुकी हाँ, पर एटम दे भी अगे पार्ट हो जाते हैं, वो आपां अगले चैप्टर विच करांगे। एटम ही सिर्फ मतलब पदार्थ ही सिर्फ एटम तक ही यूनिट नहीं रुकी हुई, उस तो भी नीचे है, पर एटम सब तो छोटी पदार्थ की इकाई है। एंड अगर देखा जाए तो एटम जिहड़ा हुंदा की है कि एक पदार्थ नूं छोटे छोटे पीसिस दे विच करना, वो की अखवाउंदा है साडा एटम अखवाउंदा है। जिद्दां कि तुहानूं इस तस्वीर तो बिल्कुल साफ नज़र आ रहा, तुहानूं समझ भी आ रहा। अगला अपना टॉपिक है मॉलिक्यूल्स। मॉलिक्यूल्स की हुंदे ने? हाँ जी, एटम नूं जिद्दां आपां पंजाबी विच कहने आ परमाणु, मैं दसना भुल गई सी ये चीज़, ठीक है जी, कई पंजाबी मीडियम वाले स्टूडेंट होणगे। हाँ जी, तो अगे देखो एटम दे नूं आपां जिद्दां कहने आ परमाणु, तो मॉलिक्यूल्स नूं आपां की कहने आ? मॉलिक्यूल्स नूं आपां कहांगे अणु। हुण अपने कोले गल ये आ जांदी है, ये मतलब आ जांदा है कि मॉलिक्यूल हुंदे की ने? की हुंदे ने जी मॉलिक्यूल? दो जां दो तो वध एटम्स दा आपस विच जुड़ना। वो एटम सेम भी हो सकते ने, ठीक है, वो एटम डिफरेंट भी हो सकते हैं।
ਉਹਨਾਂ ਦਾ ਆਪਸ ਵਿੱਚ ਜੁੜਨਾ ਮੋਲੀਕਿਊਲ ਅਖਵਾਉਂਦਾ ਹੈ। ਆਪਾਂ ਸਿੱਧੀ ਗੱਲ ਆਪਣੇ ਮਨ ਦੇ ਵਿੱਚ ਰੱਖਣੀ ਹੈ ਕਿ ਐਟਮਸ ਦਾ ਆਪਸ ਵਿੱਚ ਜੁੜਨਾ ਇੱਕ ਵੱਖ-ਵੱਖ ਤਰ੍ਹਾਂ ਦੇ ਜਾਂ ਅਲੱਗ-ਅਲੱਗ ਤਰ੍ਹਾਂ ਦੇ ਜਾਂ ਫਿਰ ਕਹੋ ਇੱਕੋ ਜਿਹੇ ਐਟਮਸ ਦਾ ਆਪਸ ਵਿੱਚ ਇਕੱਠੇ ਹੋਣਾ ਜੁੜਨਾ ਕੀ ਬਣ ਜਾਂਦਾ ਹੈ, ਮੋਲੀਕਿਊਲ ਬਣ ਜਾਂਦਾ ਹੈ, ਅਣੂ ਬਣ ਜਾਂਦਾ ਹੈ। ਹਾਂਜੀ, ਤਾਂ ਅਣੂ ਜਿੱਦਾਂ ਕਿ ਐਗਜ਼ਾਮਪਲ ਤੋਂ ਦੇਖੋ ਤੁਹਾਨੂੰ ਹੋ ਰਿਹਾ ਸਿੱਧ ਕਿ ਇੱਥੇ ਦੋ ਬਲੂ ਕਲਰ ਦੇ ਲਗਾ ਲਓ ਕਿ ਮਤਲਬ ਲਗਾ ਲਓ ਆਕਸੀਜਨ ਹੈ, O2 ਹੋ ਗਏ। ਇਹਦੇ ਵਿੱਚ ਇਹ ਸਮਝ ਲਓ ਕਿ ਇੱਕ ਆਕਸੀਜਨ ਹੈ, ਦੋ ਹਾਈਡਰੋਜਨ ਦੇ ਨੇ। ਠੀਕ ਹੈ ਜੀ, ਐਵੇਂ ਇਸ ਦੇ ਵਿੱਚ ਕਹਿ ਲਓ ਕਿ ਇੱਕ ਕਾਰਬਨ ਦਾ, ਦੋ ਆਕਸੀਜਨ ਦੇ ਨੇ, ਕਾਰਬਨ ਡਾਈਆਕਸਾਈਡ ਬਣਦੀ ਆ। ਤਾਂ ਇੱਦਾਂ ਕਿ ਜਿਹੜੇ ਮਤਲਬ ਕਿ ਅਲੱਗ-ਅਲੱਗ ਤਰ੍ਹਾਂ ਦੇ ਐਟਮਸ ਦਾ ਅਤੇ ਇੱਕ ਤਰ੍ਹਾਂ ਦੇ ਐਟਮਸ ਦਾ ਇਕੱਠੇ ਹੋਣਾ ਕੀ ਬਣ ਜਾਂਦਾ ਹੈ, ਮੋਲੀਕਿਊਲ। ਨੈਕਸਟ ਟੌਪਿਕ ਆ ਜਾਂਦਾ ਆਪਣਾ ਐਲੀਮੈਂਟਸ ਕੀ ਹੁੰਦੇ ਨੇ। ਇਹ ਆਪਣੇ ਜਦੋਂ ਆਪਾਂ ਟੌਪਿਕ ਸ਼ੁਰੂ ਕੀਤਾ ਨਾ ਮੈਟਰ, ਉਹਦੇ ਲਈ ਇਹ ਤੁਹਾਨੂੰ ਗੱਲਾਂ ਮਤਲਬ ਥੋੜ੍ਹਾ ਬੇਸਿਕ ਪਤਾ ਹੋਣਾ ਚਾਹੀਦਾ, ਤਾਂ ਹੀ ਅੱਗੇ ਆਪਣਾ ਇਹ ਟੌਪਿਕ ਬਹੁਤ ਲੈਂਥੀ ਵੀ ਨਹੀਂ ਕਹਿ ਸਕਦੇ ਕਿ ਵਧੀਆ ਇੰਟਰਸਟਿੰਗ ਹੈ। ਅੱਗੇ ਬਹੁਤ ਇੰਟਰਸਟਿੰਗ ਟੌਪਿਕ ਆ ਰਿਹਾ ਤੁਹਾਡਾ, ਇਸ ਨੂੰ ਤੁਸੀਂ ਅਗਰ ਇਸ ਨੂੰ ਸਮਝ ਜਾਓਗੇ ਤਾਂ ਉਹ ਵੀ ਤੁਹਾਨੂੰ ਸਮਝ ਆ ਜਾਏਗਾ। ਹਾਂਜੀ, ਤਾਂ ਐਲੀਮੈਂਟਸ ਕੀ ਹੁੰਦੇ ਨੇ? ਐਲੀਮੈਂਟਸ ਹੁੰਦੇ ਨੇ ਕੰਬੀਨੇਸ਼ਨ ਆਫ ਸੇਮ ਟਾਈਮਸ ਆਫ ਐਟਮ। ਸੇਮ ਟਾਈਮਸ ਆਫ ਐਟਮ ਦਾ ਕੀ ਹੁੰਦਾ? ਕੰਬੀਨੇਸ਼ਨ, ਇੱਕੋ ਜਿਹੇ ਪਰਮਾਣੂਆਂ ਦਾ ਰਸਾਇਣਿਕ ਬੰਧਨ ਵਿੱਚ ਜੁੜਨਾ ਤੱਤ ਅਖਵਾਉਂਦਾ। ਐਲੀਮੈਂਟਸ ਨੂੰ ਕੀ ਕਿਹਾ ਜਾਂਦਾ? ਤੱਤ। ਮਤਲਬ ਕੀ ਆ ਕਿ ਸੇਮ ਤਰ੍ਹਾਂ ਦੇ ਐਟਮ ਇਹਦੇ ਵਿੱਚ ਜੁੜਦੇ। ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਐਟਮਸ ਨੂੰ ਨਹੀਂ ਜੋੜ ਸਕਦੇ ਅਸੀਂ, ਸੇਮ ਤਰ੍ਹਾਂ ਦੇ ਐਟਮ। ਜਿੱਦਾਂ ਦੇਖੋ ਤੁਹਾਡੀ ਡੇਲੀ ਲਾਈਫ ਦੇ ਵਿੱਚ ਤੁਸੀਂ ਦੇਖਦੇ ਹੋ ਗੋਲਡ, ਤੁਸੀਂ ਦੇਖਦੇ ਹੋ ਸਿਲਵਰ, ਤੁਹਾਨੂੰ ਪਤਾ ਹੈ ਕਿ ਕਾਰਬਨ ਪੈਨਸਿਲ ਤੁਸੀਂ ਯੂਜ਼ ਕਰਦੇ ਹੋ ਉਸਨੂੰ, ਆਕਸੀਜਨ ਐਂਡ ਐਲੂਮੀਨੀਅਮ। ਇਹਨਾਂ ਦੇ ਵਿੱਚ ਜਿਹੜੇ ਮਤਲਬ ਇਹਨਾਂ ਦੇ ਵਿੱਚ ਪਾਰਟੀਕਲ ਹੁੰਦੇ ਨੇ। ਅਗਰ ਆਪਾਂ ਗੋਲਡ ਨੂੰ ਲਈਏ ਤਾਂ ਗੋਲਡ ਦੇ ਅਗਰ ਆਪਾਂ ਗੋਲਡ ਨੂੰ ਕਿੰਨਾ ਮਰਜ਼ੀ ਛੋਟੇ ਪੀਸਸ ਦੇ ਵਿੱਚ ਕੱਟੀ ਜਾਈਏ, ਠੀਕ ਹੈ, ਤਾਂ ਉਹਦੇ ਵਿੱਚੋਂ ਜਿਹੜੇ ਪਾਰਟੀਕਲ ਨਿਕਲਣਗੇ ਉਹ ਗੋਲਡ ਦੇ ਹੀ ਹੋਣਗੇ। ਉਹਨਾਂ ਪਾਰਟੀਕਲਸ ਦੇ ਵਿੱਚ ਕੋਈ ਹੋਰ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਕਾਪਰ ਮਿਕਸ ਨਹੀਂ ਹੋਏਗਾ। ਅਗਰ ਆਪਾਂ ਸਿਲਵਰ ਦੇ ਪਾਰਟੀਕਲਸ ਨੂੰ ਅਲੱਗ ਕਰਾਂਗੇ ਤਾਂ ਉਹ ਸਿਲਵਰ ਹੀ ਮਿਲੇਗਾ, ਉਸ ਦੇ ਵਿੱਚ ਆਪਾਂ ਨੂੰ ਆਇਰਨ ਨਹੀਂ ਮਿਲੇਗਾ, ਲੋਹਾ ਨਹੀਂ ਮਿਲੇਗਾ। ਹਾਂਜੀ, ਤਾਂ ਅਗਰ ਇੱਥੇ ਐਗਜ਼ਾਮਪਲ ਦੇਖੋ ਗੋਲਡ ਨੂੰ AU ਲਿਖਿਆ, AU ਇਸ ਦਾ ਜਿਹੜਾ ਕੀ ਹੈ ਕੈਮੀਕਲ ਜਾਂ ਆਪਾਂ ਕਹੀਏ ਕਿ ਕੈਮਿਸਟਰੀਕਲ ਜਿਹੜਾ ਸਿੰਬਲ ਹੁੰਦਾ ਉਹ ਆ ਜਾਂਦੇ ਨੇ ਇਹਨਾਂ ਦੇ ਰਸਾਇਣਿਕ ਸੂਤਰ, ਰਸਾਇਣਿਕ ਸਿੰਬਲ ਜਿਨ੍ਹਾਂ ਨੂੰ ਆਪਾਂ ਕਿਹਾ ਜਾਂਦਾ। ਠੀਕ ਹੈ ਜੀ, ਅੱਗੇ ਆ ਗਿਆ ਜੀ ਆਪਣਾ ਟੌਪਿਕ ਕੰਪਾਊਂਡ। ਕੰਪਾਊਂਡ ਕੀ ਹੁੰਦੇ ਨੇ ਜੀ? ਕੰਪਾਊਂਡ ਹੁੰਦੇ ਨੇ, ਦੇਖੋ ਜਿੱਦਾਂ ਐਟਮ ਕੀ ਸੀ, ਛੋਟੇ ਛੋਟੇ ਪਾਰਟਸ ਸੀ, ਐਟਮਸ ਮਿਲ ਕੇ ਮੋਲੀਕਿਊਲ ਬਣਦੇ ਨੇ, ਸੇਮ ਟਾਈਪ ਦੇ ਐਟਮ ਮਿਲ ਕੇ ਐਲੀਮੈਂਟ ਬਣਦੇ ਨੇ, ਜਾਂ ਕਿ ਸੇਮ ਟਾਈਪ ਦੇ ਮੋਲੀਕਿਊਲਸ ਵੀ ਐਲੀਮੈਂਟ ਬਣਦੇ ਨੇ। ਹੁਣ ਆਪਾਂ ਗੱਲ ਕਰ ਰਹੇ ਹਾਂ ਕੰਪਾਊਂਡ ਦੀ। ਕੰਪਾਊਂਡ ਕੀ ਹੁੰਦੇ ਆ? ਕੰਪਾਊਂਡ ਜਿਸ ਵਿੱਚ ਨਿਸ਼ਚਿਤ ਅਨੁਪਾਤ ਮਤਲਬ ਫਿਕਸਡ ਰੇਸ਼ੋ ਦੇ ਵਿੱਚ ਹੁੰਦੇ ਨੇ, ਵੱਖ-ਵੱਖ ਤਰ੍ਹਾਂ ਦੇ ਜਾਂ ਵੱਖ-ਵੱਖ ਤੱਤਾਂ ਦੇ ਪਰਮਾਣੂ ਹੁੰਦੇ ਨੇ। ਇਹਦੇ ਵਿੱਚ ਵੱਖ-ਵੱਖ ਹੀ ਹੋਣਗੇ, ਐਲੀਮੈਂਟ ਸੇਮ ਹੋ ਸਕਦੇ ਨੇ ਪਰ ਕੰਪਾਊਂਡ ਕੀ ਹੁੰਦੇ ਨੇ? ਅਲੱਗ ਹੁੰਦੇ ਨੇ, ਇਹਨਾਂ ਦੀ ਰੇਸ਼ੋ ਫਿਕਸ ਹੁੰਦੀ ਆ। ਜਿੱਦਾਂ ਕਿ ਦੇਖੋ ਇੱਥੇ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਆ, ਬਹੁਤ ਈਜ਼ੀ ਆ। ਦੇਖੋ ਐਗਜ਼ਾਮਪਲ ਦੇ ਵਿੱਚ ਆਪਾਂ ਨੂੰ ਗੱਲ ਕੀਤੀ ਹੋਈ ਆ ਵਾਟਰ, ਤੁਸੀਂ ਸਭ ਨੇ ਪੜ੍ਹਿਆ ਹੋ। ਅਗਰ ਤੁਹਾਡੀ ਸਾਇੰਸ ਬਿਲਕੁਲ 0 ਆ ਤਾਂ ਵੀ ਤੁਹਾਨੂੰ ਇਹ ਚੀਜ਼ ਯਾਦ ਹੋਊਗੀ, ਆਪਾਂ 9th 10th ਤੱਕ ਇਹ ਚੀਜ਼ਾਂ ਕਰੀਆਂ ਹੋਈਆਂ ਹੁੰਦੀਆਂ ਨੇ। H2O, ਇਹ ਤਾਂ ਹਮੇਸ਼ਾ ਆਪਾਂ ਨੂੰ ਯਾਦ ਸੀ ਕਿ ਵਾਟਰ ਬਣ ਜਾਂਦਾ। ਇਹਦੇ ਵਿੱਚ ਕੀ ਹੈ, ਕੀ ਕਿਹਾ ਗਿਆ ਹੈ? ਸੇਮ ਫਿਕਸਡ ਰੇਸ਼ੋ ਆ, ਮਤਲਬ ਇਸ ਨੂੰ ਆਪਾਂ ਵਧਾ ਘਟਾ ਨਹੀਂ ਸਕਦੇ। ਅਗਰ ਆਪਾਂ ਵਾਟਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਹਾਈਡਰੋਜਨ ਦੇ 2 ਮੋਲੀਕਿਊਲਸ ਰਹਿ ਰਹੇ ਨੇ ਐਂਡ ਆਕਸੀਜਨ ਦਾ 1। ਠੀਕ ਹੈ ਜੀ, ਤਾਂ ਇਸ ਦੀ ਰੇਸ਼ੋ ਕੀ ਆ? ਫਿਕਸਡ ਹੈ। ਆਪਾਂ ਥੋੜੀ ਨਾ ਵਾਟਰ ਬਣਾ ਸਕਦੇ ਹਾਂ ਕਿ ਇਸ ਨੂੰ H3 ਕਰ ਦਾਂਗੇ ਐਂਡ O ਨੂੰ 2 ਕਰ ਦਾਂਗੇ, ਨੋ, ਤਾਂ ਇਹ ਵਾਟਰ ਨਹੀਂ ਰਹਿਣਾ। ਤਾਂ ਕੰਪਾਊਂਡ ਕੀ ਨੇ ਕਿ ਇੱਕ ਫਿਕਸ ਰੇਸ਼ੋ ਦੇ ਵਿੱਚ ਮਤਲਬ ਕਿ ਮੋਲੀਕਿਊਲਸ ਦਾ ਇਕੱਠਾ ਹੋਣਾ ਜਾਂ ਕਹੀਏ ਐਟਮਸ ਦਾ ਇਕੱਠਾ ਹੋਣਾ। ਠੀਕ ਹੈ ਜੀ, ਸੇਮ ਸਾਡੇ ਕੋਲੇ ਆ ਜਾਂਦੀ ਹੈ ਨਮਕ ਦੀ, ਸੋਡੀਅਮ ਕਲੋਰਾਈਡ। ਠੀਕ ਹੈ ਜੀ, ਤਾਂ ਨਮਕ ਦੀ ਆ ਜਾਂਦੀ ਹੈ ਫਿਕਸ ਰੇਸ਼ੋ ਦੇ ਵਿੱਚ ਜਿਹੜਾ ਆਪਣਾ ਕੀ ਹੈ ਨਮਕ ਹੈਗਾ ਜੀ।
ਹੁਣ ਸਾਡੇ ਕੋਲੇ ਅਗਲਾ ਟੌਪਿਕ ਆ ਗਿਆ ਕਲਾਸੀਫਿਕੇਸ਼ਨ ਆਫ ਮੈਟਰ। ਮੈਟਰ ਦਾ ਵਰਗੀਕਰਨ, ਮੈਟਰ ਨੂੰ ਕਿਵੇਂ ਵੰਡਿਆ ਜਾਂਦਾ ਹੈ। ਹੁਣ ਜਿਹੜੇ ਉਹ ਚੀਜ਼ਾਂ ਆਪਾਂ ਉੱਪਰ ਪੜ੍ਹ ਕੇ ਆਇਆ ਉਹਨਾਂ ਦੀ ਜ਼ਰੂਰਤ ਤੁਹਾਨੂੰ ਹੈਗੀ ਹੈ ਇੱਥੇ। ਮੈਂ ਤੁਹਾਨੂੰ ਪਹਿਲਾਂ ਇਸ ਲਈ ਕਰਵਾਈਆਂ ਨੇ ਤਾਂ ਕਿ ਤੁਹਾਡੇ ਮਨ ਵਿੱਚ ਇਹ ਚੀਜ਼ ਨਾ ਰਹੇ ਕਿ ਸਾਨੂੰ ਉਹ ਟਫ ਲੱਗਦੀਆਂ ਨੇ, ਠੀਕ ਹੈ। ਉਹ ਤੁਹਾਡੇ ਮਨ ਵਿੱਚ ਕੋਈ ਇਹ ਚੀਜ਼ ਨਾ ਰਹੇ ਕਿ ਤੁਹਾਨੂੰ ਟਫ ਨੇ, ਮੈਂ ਤੁਹਾਨੂੰ ਪਹਿਲਾਂ ਹੀ ਉਹ ਕਰਵਾ ਦਿੱਤੀਆਂ ਨੇ। ਤਾਂ ਹੁਣ ਆਪਾਂ ਇਹ ਸਮਝਦੇ ਹਾਂ, ਦੇਖੋ ਮੈਟਰ ਕੀ ਸੀ। ਮੈਟਰ ਕੀ ਹੈ? ਐਟਮਸ ਤੋਂ ਬਣਿਆ ਹੁੰਦਾ, ਛੋਟੇ ਛੋਟੇ ਕਣਾਂ ਤੋਂ ਮਿਲ ਕੇ ਕੀ ਬਣਦਾ? ਮੈਟਰ। ਮੈਟਰ ਨੂੰ ਅੱਗੇ ਦੋ ਪਾਰਟਸ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਇੱਕ ਉਹ ਜਿਹੜੇ ਇੱਕ ਤਰ੍ਹਾਂ ਦੇ ਉਹ ਤੋਂ ਬਣਦੇ ਨੇ, ਉਹਨਾਂ ਨੂੰ ਪਿਓਰ ਕਹਿੰਦੇ ਨੇ। ਜਿਨ੍ਹਾਂ ਵਿੱਚ ਇੱਕ ਤਰ੍ਹਾਂ ਦੇ ਮੋਲੀਕਿਊਲ ਹੁੰਦੇ ਨੇ ਉਹ ਹੁੰਦੇ ਨੇ ਪਿਓਰ ਸਬਸਟੈਂਸ। ਐਂਡ ਜਿਹੜੇ ਵੱਖ-ਵੱਖ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਮਤਲਬ ਕਿ ਅਲੱਗ-ਅਲੱਗ ਤੋਂ ਮਿਲ ਕੇ ਬਣਦੇ ਨੇ, ਕੋਈ ਫਿਕਸ ਰੇਸ਼ੋ ਨਹੀਂ ਹੁੰਦੀ, ਉਹਨਾਂ ਨੂੰ ਕਹਿੰਦੇ ਨੇ ਮਿਕਸਚਰ। ਹਾਂਜੀ, ਤਾਂ ਪਿਓਰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ? ਇੱਕ ਤਾਂ ਇੱਕ ਤਰ੍ਹਾਂ ਦੇ ਐਟਮ ਯੂਜ਼ ਹੁੰਦੇ ਨੇ, ਇੱਕ ਤੋਂ ਜ਼ਿਆਦਾ ਯੂਜ਼ ਹੋ ਜਾਂਦੇ ਨੇ। ਦੇਖੋ ਐਲੀਮੈਂਟ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕੀ ਹਾਂ ਕਿ ਇਹਦੇ ਵਿੱਚ ਕੀ ਹੁੰਦਾ। ਇਹ ਮਤਲਬ ਕਿ ਇੱਕ ਤਰ੍ਹਾਂ ਦੇ ਮੋਲੀਕਿਊਲ ਯੂਜ਼ ਕੀਤੇ ਜਾਂਦੇ ਨੇ। ਐਂਡ ਕੰਪਾਊਂਡ ਦੇ ਵਿੱਚ ਰੇਸ਼ੋ ਕੀ ਹੁੰਦੀ ਆ? ਫਿਕਸ ਹੁੰਦੀ ਆ। ਉਸ ਤੋਂ ਅੱਗੇ ਆ ਜਾਂਦਾ ਜੀ ਆਪਣੇ ਕੋਲੇ ਮਿਕਸਚਰ। ਮਿਕਸਚਰ ਦੋ ਤਰ੍ਹਾਂ ਦੇ ਹੁੰਦੇ ਨੇ, ਹੋਮੋਜੀਨਸ ਐਂਡ ਹੈਟਰੋਜੀਨਸ। ਹੋਮੋਜੀਨਸ ਐਂਡ ਹੈਟਰੋਜੀਨਸ ਹੁੰਦੇ ਨੇ ਜਿਹੜੇ ਮਿਕਸਚਰ, ਮਤਲਬ ਕਿ ਮਿਕਸ ਹੁੰਦੇ ਨੇ ਇਹਨਾਂ ਦੇ ਵਿੱਚ ਕੀ ਹੁੰਦਾ ਹੋਮੋਜੀਨਸ ਐਂਡ ਹੈਟਰੋਜੀਨਸ ਦੇ ਵਿੱਚ? ਇਹਨੂੰ ਆਪਾਂ ਹੁਣ ਸਮਝਦੇ ਹਾਂ ਕਿ ਐਗਜ਼ਾਮਪਲ ਦੇਣਾ। ਹਾਂਜੀ, ਹੋਮੋਜੀਨੀਅਸ ਦੀ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦਿੰਦੀ ਹਾਂ। ਸਪੋਜ਼ ਕਰੋ ਤੁਹਾਡੇ ਕੋਲ ਇੱਕ ਵਾਟਰ ਦਾ ਇੱਕ ਗਲਾਸ ਪਿਆ, ਇੱਕ ਗਲਾਸ ਹੈ ਤੁਹਾਡੇ ਕੋਲੇ। ਗਲਾਸ ਦੇ ਵਿੱਚ ਤੁਸੀਂ ਨੇ ਕੀ ਕੀਤਾ? ਪਾਣੀ ਪਾ ਲਿਆ, ਠੀਕ ਹੈ। ਗਲਾਸ ਦੇ ਵਿੱਚ ਤੁਸੀਂ ਪਾਣੀ ਪਾ ਲਿਆ ਐਂਡ ਇਸ ਗਲਾਸ ਦੇ ਵਿੱਚ ਪਾਣੀ ਹੈਗਾ ਆਪਣੇ ਕੋਲੇ। ਐਂਡ ਉਸ ਪਾਣੀ ਦੇ ਵਿੱਚ ਮੈਂ ਤੁਹਾਨੂੰ ਕੁਝ ਸ਼ੂਗਰ ਕਿਊਬਸ ਦੇਤੀਆਂ। ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇਹਨਾਂ ਸ਼ੂਗਰ ਕਿਊਬਸ ਨੂੰ ਤੁਸੀਂ ਇਸ ਪਾਣੀ ਦੇ ਵਿੱਚ ਮਿਕਸ ਕਰ ਦਿਓ। ਅਗਰ ਜਿਹੜਾ ਆਪਾਂ ਪਾਣੀ ਦੇ ਵਿੱਚ ਹੁਣ ਦੇਖੋ ਗਲਾਸ ਭਰਿਆ ਹੋਇਆ, ਉਹਦੇ ਵਿੱਚ ਆਪਾਂ ਸ਼ੂਗਰ ਕਿਊਬਸ ਪਾ ਦਿੱਤੀਆਂ। ਸ਼ੂਗਰ ਕਿਊਬਸ ਕੀ ਹੋਣਗੇ? ਥੋੜੇ ਟਾਈਮ ਬਾਅਦ ਉਹ ਜਿਹੜੀ ਸ਼ੂਗਰ ਹੈ ਉਹ ਪਾਣੀ 'ਚ ਬਿਲਕੁਲ ਘੁਲ ਜਾਣੀ ਹੈ, ਉਹਨੇ ਡਿਜ਼ੋਲਵ ਹੋ ਜਾਣਾ ਵਾਟਰ ਦੇ ਵਿੱਚ। ਤਾਂ ਜਦੋਂ ਉਹਦੇ ਵਿੱਚ ਘੁਲ ਗਈ ਹੈ ਆਪਾਂ ਨੂੰ ਬਿਲਕੁਲ ਪਤਾ ਨਹੀਂ ਲੱਗ ਰਿਹਾ, ਦੇਖੋ ਮਿਕਸ ਹੋ ਗਈ ਹੈ। ਜਦੋਂ ਮਤਲਬ ਸ਼ੂਗਰ ਪਾਣੀ ਦੇ ਵਿੱਚ ਮਿਕਸ ਹੋ ਗਈ ਹੈ ਤਾਂ ਉਹ ਆ ਜਾਂਦਾ ਹੈ ਹੋਮੋਜੀਨੀਅਸ ਮਿਕਸਚਰ ਦੀ। ਜਿਵੇਂ ਦੁੱਧ ਅਤੇ ਪਾਣੀ ਦੀ ਐਗਜ਼ਾਮਪਲ ਹੈ। ਅਗਰ ਆਪਾਂ ਪਾਣੀ ਵਿੱਚ ਦੁੱਧ ਪਾ ਦਿਆਂਗੇ ਤਾਂ ਉਹ ਜਿਹੜਾ ਦੁੱਧ ਹੈ ਉਹਨੇ ਵਿੱਚ ਮਿਕਸ ਹੋ ਜਾਣਾ ਹੈ। ਅਗਰ ਆਪਾਂ ਨਮਕ ਘੋਲ ਦਿਆਂਗੇ ਤਾਂ ਉਸ ਨਮਕ ਨੇ ਪਾਣੀ ਦੇ ਵਿੱਚ ਮਿਕਸ ਹੋ ਜਾਣਾ ਹੈ ਬਿਲਕੁਲ। ਉਸ ਤੋਂ ਬਾਅਦ ਆ ਜਾਂਦੀ ਹੈ ਹੈਟਰੋਜੀਨੀਅਸ ਦੀ ਐਗਜ਼ਾਮਪਲ। ਹੈਟਰੋਜੀਨੀਅਸ ਕੀ ਹੁੰਦੇ ਨੇ? ਅਗਰ ਮੰਨ ਲਓ ਪਾਣੀ ਹੈ, ਸੇਮ ਉਵੇਂ ਤੁਸੀਂ ਇੱਕ ਗਲਾਸ ਲੈਣਾ, ਉਹਦੇ ਵਿੱਚ ਤੁਸੀਂ ਪਾਣੀ ਪਾਣਾ ਔਰ ਅਗਰ ਉਸ ਦੇ ਵਿੱਚ ਆਪਾਂ ਕੁਝ ਕੁ ਡ੍ਰੌਪਸ, ਤੁਹਾਡੇ ਘਰੇ ਕੋਈ ਵੀ ਆਇਲ ਹੋਵੇ, ਮੰਨ ਲਓ ਇਹ ਕਰ ਲਓ ਸਰਸੋਂ ਦਾ ਆਇਲ ਤਾਂ ਆਪਣੇ ਸਭ ਦੇ ਘਰ ਹੁੰਦਾ। ਅਗਰ ਆਪਾਂ ਸਰਸੋਂ ਦਾ ਆਇਲ ਇਸ ਦੇ ਵਿੱਚ ਪਾ ਦਈਏ ਤਾਂ ਕੀ ਉਹ ਸਰਸੋਂ ਦਾ ਆਇਲ ਜਿਹੜਾ ਆਪਾਂ ਇਹਦੇ ਵਿੱਚ ਪਾਵਾਂਗੇ ਉਹ ਇਹਦੇ ਵਿੱਚ ਘੁਲੇਗਾ? ਨਹੀਂ, ਉਹ ਸਰਸੋਂ ਦਾ ਆਇਲ ਕੀ ਰਹਿ ਜਾਏਗਾ? ਇਹਦੇ ਉੱਪਰ ਤੈਰਨ ਲੱਗ ਜਾਏਗਾ। ਇਹ ਐਗਜ਼ਾਮਪਲ ਹੁੰਦੀ ਹੈ ਹੈਟਰੋਜੀਨਸ ਦੀ। ਮਤਲਬ ਮਿਕਸਚਰ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਜਿਹੜੇ ਆਪਾਂ ਪਾਈਏ, ਕੋਈ ਨਿਸ਼ਚਿਤ ਉਹਨਾਂ ਦੀ ਮਾਤਰਾ ਨਹੀਂ ਹੁੰਦੀ, ਕੋਈ ਇਹ ਨਹੀਂ ਹੁੰਦਾ ਕਿ ਉਹ ਕਿਸੇ ਫਿਕਸਡ ਰੇਸ਼ੋ ਦੇ ਵਿੱਚ ਹੋਣੇ ਚਾਹੀਦੇ ਨੇ। ਉਹ ਕਿੰਨੇ ਵੀ ਹੋ ਸਕਦੇ ਨੇ, ਪਾਣੀ ਕਿੰਨਾ ਹੋ ਸਕਦਾ, ਕਿੰਨੀ ਮਰਜ਼ੀ ਚੀਨੀ ਹੋਵੇ। ਸੇਮ ਉੱਦਾਂ ਹੀ ਹੋ ਸਕਦਾ ਹੈਟਰੋਜੀਨਸ ਵਿੱਚ, ਨੋ ਫਿਕਸਡ ਰੇਸ਼ੋ, ਪਰ ਉਹਨਾਂ ਦਾ ਆਪਸ ਵਿੱਚ ਉਹ ਜੁੜਦੇ ਵੀ ਨਹੀਂ, ਠੀਕ ਹੈ ਜੀ। ਤਾਂ ਇਹ ਚੀਜ਼ ਆ ਜਾਂਦੀ ਆ। ਹਾਂਜੀ ਰਾਜੇ, ਅੱਜ ਦਾ ਜਿਹੜਾ ਆਪਣਾ ਇਹ ਮੈਟਰ ਵਾਲਾ ਟੌਪਿਕ ਹੈ ਸਿਰਫ ਆਪਾਂ ਇੰਨਾ ਹੀ ਕਰਾਂਗੇ। ਇਸ ਤੋਂ ਅੱਗੇ ਇਸ ਟੌਪਿਕ ਦੇ ਵਿੱਚ ਬਹੁਤ ਕੁਛ ਆ ਰਿਹਾ, ਬਹੁਤ ਈਜ਼ੀ ਮਤਲਬ ਕਿ ਲੈਸਨ ਆ ਤੁਹਾਡਾ, ਬਹੁਤ ਇੰਪੋਰਟੈਂਟ ਵੀ ਆ। ਆਈ ਹੋਪ ਕਿ ਇੱਥੇ ਤੱਕ ਤੁਹਾਨੂੰ ਬੇਸਿਕ ਬਿਲਕੁਲ ਸਮਝ ਲੱਗ ਗਿਆ ਹੋਵੇਗਾ। ਅਗਲੇ ਲੈਕਚਰ ਦੇ ਵਿੱਚ ਆਪਾਂ ਕਰਾਂਗੇ ਜਿਹੜੇ ਇਸ ਲੈਸਨ ਦੇ ਹੈਗੇ ਆਪਣੇ ਕੁਆਲਿਟੀ, ਮਤਲਬ ਕਿ ਜਿੱਦਾਂ ਹੋਣਗੀਆਂ ਇਸ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਮੈਟਰ ਦੀਆਂ। ਐਂਡ ਮੈਟਰ ਦੀਆਂ ਅਲੱਗ-ਅਲੱਗ ਤਰ੍ਹਾਂ ਦੇ ਮੈਟਰ ਜਿਹਨੂੰ ਆਪਾਂ ਸੋਲਿਡ, ਲਿਕੁਇਡ, ਗੈਸ, ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਹਾਂਜੀ, ਥੈਂਕ ਯੂ।